Hello दोस्तों, welcome to Suddhi Punjab. So today we are going to discuss the current affairs that are relevant from 30th September to 4th October. ठीक है जी, सारे important current affairs ਅੱਜ ਆਪਾਂ discuss ਕਰ ਲਵਾਂਗੇ prelims ਹੋਵੇ ਚਾਹੇ means ਸਾਰੇ current affairs ਤੁਹਾਡੇ ਅੱਜ cover ਹੋ ਜਾਣਗੇ। ਉਸ ਤੋਂ ਪਹਿਲਾਂ ਮੈਂ ਦੱਸ ਦੇਣਾ ਚਾਹਨੀ ਹਾਂ ਕਿ ਅਸੀਂ various programs run ਕਰ ਰਹੇ ਹਾਂ। ਕਰਨਾ कैसे है program which is related to mentorship on how to do everything to achieve the results that you are looking for. Answer writing ਕਿਵੇਂ ਕਰਨੀ ਹੈ ਜਾਂ ਫਿਰ ਨੋਟਸ ਕਿਵੇਂ ਬਣਾਉਣੇ ਹੈ, ਰਿਵੀਜ਼ਨ ਕਿਸ ਤਰੀਕੇ ਨਾਲ ਕਰਨੀ ਹੈ, ਹਰ ਸਬਜੈਕਟ ਦੀ ਬੁੱਕ ਕਿਵੇਂ ਪੜ੍ਹਨੀ ਹੈ, PYQs ਕਿਵੇਂ ਐਨਾਲਾਈਜ਼ ਕਰਨੇ ਹੈ, all of that is discussed in this course. So if you are interested, you can contact us at this number. You can get the details of the program and get to know more. And ਉਸ ਤੋਂ ਬਾਅਦ ਅਗਰ ਤੁਸੀਂ ਆਪਦੀ ਪੜ੍ਹੀ ਹੋਈ ਨੌਲੇਜ ਨੂੰ ਰਿਵਾਈਜ਼ ਕਰਨਾ ਚਾਹੁੰਦੇ ਹੋ, ਅਸੈਸ ਕਰਨਾ ਚਾਹੁੰਦੇ ਹੋ, ਸੈਲਫ ਅਸੈਸਮੈਂਟ ਕਰਨਾ ਚਾਹੁੰਦੇ ਹੋ ਕਿ ਤੁਸੀਂ ਕਿੱਥੇ ਸਟੈਂਡ ਕਰਦੇ ਹੋ, ਕੱਲ ਅਗਰ ਪੇਪਰ ਡਿਕਲੇਅਰ ਹੋ ਵੀ ਜਾਂਦਾ ਹੈ ਮਹੀਨੇ 2 ਮਹੀਨੇ ਨੂੰ, ਤਾਂ ਤੁਹਾਡੀ ਪੋਜੀਸ਼ਨ ਕਿੱਥੇ ਹੋਣੀ ਹੈ, all of that can be done through a test series, and that is why we have launched this PCS specific prelims test series ਜਿਸ ਚ 15 ਟੋਟਲ ਟੈਸਟ ਹੋਣਗੇ, 11 ਸੈਕਸ਼ਨਲ, ਤਾਂ ਕਿ ਤੁਸੀਂ ਹਰ ਪਾਰਟ ਸਿਲੇਬਸ ਡਿਟੇਲ ਨਾਲ ਰਿਵਾਈਜ਼ ਕਰ ਸਕੋ। then 3 full length test ਤੇ ਇੱਕ ਪੰਜਾਬ related full length test ਹੋਣਾ ਹੈ, right? So all of the details you can discuss again. You can message us at this number if you are interested. We also have GS4 course in online and offline mode if you are interested in that, right? Let's see the topics of today then. To boost health infrastructure, Arvind Kejriwal and Bhagwant Mann launch ਮਿਸ਼ਨ ਸਿਹਤਮੰਦ ਪੰਜਾਬ। ਠੀਕ ਹੈ ਜੀ, ਨਵੀਂ ਸਕੀਮ, ਨਵੀਂ ਗਵਰਨਮੈਂਟ ਇਨੀਸ਼ੀਏਟਿਵ ਲਾਂਚ ਹੋਇਆ ਹੈ, ਬਹੁਤ ਇੰਪੋਰਟੈਂਟ ਆਪਣੇ ਐਗਜ਼ਾਮ ਲਈ, ਇਹਨੂੰ ਦੇਖ ਲਵਾਂਗੇ ਕਿਆ ਇਹਦੇ ਅੰਦਰ ਸਟੈਪਸ ਲਿੱਤੇ ਗਏ ਨੇ। ਦੈਨ ਕੰਜਲੀ ਵੈਟਲੈਂਡ ਡਿਟੀਰੀਓਰੇਟਿੰਗ ਸੇਜ਼ ਇੰਟੈਕ। ਠੀਕ ਹੈ ਜੀ, ਕੰਜਲੀ ਵੈਟਲੈਂਡ ਬਹੁਤ ਇੰਪੋਰਟੈਂਟ ਐਨਵਾਇਰਨਮੈਂਟ ਦੇ ਪਰਸਪੈਕਟਿਵ ਤੋਂ, ਇੰਟੈਕ ਕਿਆ ਕਹਿ ਰਿਹਾ ਹੈ ਡਿਟੇਲ ਵਿੱਚ ਡਿਸਕਸ ਕਰਾਂਗੇ। ਦੈਨ ਐਡੂਕੇਸ਼ਨ ਮਿਨਿਸਟਰੀ ਡਰਾਫਟ ਗਾਈਡਲਾਈਨਸ ਔਨ ਸੁਸਾਈਡ ਪ੍ਰੀਵੈਂਸ਼ਨ, ਰਾਈਟ? ਸੋ ਦੇਖੋ ਅੱਜ ਕੱਲ੍ਹ ਸਪੈਸ਼ਲੀ ਐਜੂਕੇਸ਼ਨ ਸੈਕਟਰ ਵਿੱਚ, ਬੱਚਿਆਂ ਦੇ ਸੈਕਟਰ ਵਿੱਚ ਸੁਸਾਈਡਸ ਬਹੁਤ ਜ਼ਿਆਦਾ ਕੁਆਂਟੀਟੀ ਵਿੱਚ ਵੱਧ ਰਹੇ ਨੇ। ਕੋਟਾ ਦੇਖ ਲਓ ਤੁਸੀਂ, IITs, IIMs, ਏਮਸ, ਜਗ੍ਹਾ ਜਗ੍ਹਾ ਤੇ ਤੁਸੀਂ ਅਗਰ ਦੇਖੋ ਮੈਂਟਲ ਸਟ੍ਰੈਸ ਕਰਕੇ ਸੁਸਾਈਡਸ ਬਹੁਤ ਵੱਧ ਰਹੇ ਨੇ। ਇਸੇ ਲਈ ਡਰਾਫਟ ਗਾਈਡਲਾਈਨਸ ਮਿਨਿਸਟਰੀ ਨੇ ਲਾਂਚ ਕੀਤੀਆਂ ਨੇ। ਵਾਟ ਆਰ ਥੀਸ ਡਰਾਫਟ ਗਾਈਡਲਾਈਨਸ, ਉਹ ਆਪਾਂ ਚੈੱਕ ਕਰਾਂਗੇ। Made with India's help, second malaria vaccine gets WTO nod। ਠੀਕ ਹੈ ਜੀ, ਮਲੇਰੀਆ ਬਹੁਤ ਹੀ ਘਾਤਕ ਬਿਮਾਰੀ ਹੈ, ਸਪੈਸ਼ਲੀ ਅਨਹਾਈਜੀਨਿਕ ਜਾਂ ਬੈਕਵਰਡ ਕੰਟਰੀਜ਼ ਆਫ ਅਫਰੀਕਾ ਦੇ ਵਿੱਚ। ਸੋ ਇਵਨ ਇੰਡੀਆ ਦੇ ਵਿੱਚ ਵੀ ਕਾਫੀ ਪ੍ਰੈਵਲੈਂਟ ਹੈ। ਇਹਨੂੰ ਪ੍ਰੀਵੈਂਟ ਕਰਨ ਲਈ ਵੈਕਸੀਨਸ ਬਣ ਰਹੀਆਂ ਨੇ। ਇੱਕ ਆਲਰੇਡੀ ਅਪਰੂਵਡ ਵੈਕਸੀਨ ਯੂਜ਼ ਕੀਤੀ ਜਾ ਰਹੀ ਹੈ। ਨਾਓ ਦਿਸ ਇਜ਼ ਦ ਸੈਕੰਡ ਵਨ ਦੈਟ ਹੈਜ਼ ਬੀਨ ਅਪਰੂਵਡ ਬਾਈ WHO ਫॉर ਯੂਜ਼। ਤਾਂ ਇਹਦੇ ਬਾਰੇ ਵੀ ਦੇਖ ਲਵਾਂਗੇ, ਪ੍ਰੀ ਮੇਨਸ 'ਚ ਕੁਐਸਚਨਸ ਆ ਸਕਦੇ ਹੈ, right? That is what we are going to discuss। ਅੱਗੇ ਵਧਣ ਤੋਂ ਪਹਿਲਾਂ please like, share ਤੇ subscribe ਕਰੋ ਸਾਡਾ channel with as many aspirants as you can, right? Let's discuss the first news। To boost health infrastructure, ਮਿਸ਼ਨ ਸਿਹਤਮੰਦ ਪੰਜਾਬ has been launched। ਠੀਕ ਹੈ, ਬਹੁਤ ਇੰਪੋਰਟੈਂਟ ਮਿਸ਼ਨ ਹੋ ਜਾਂਦਾ, ਆਪਾਂ ਨੂੰ ਕੁਐਸਚਨਸ ਆ ਸਕਦੇ ਨੇ। ਇਹਦੇ ਅੰਡਰ ਹੁਣ ਗਵਰਨਮੈਂਟ ਕਿਆ ਇਨੀਸ਼ੀਏਟਿਵਸ ਲੈਣਾ ਚਾਹੁੰਦੀ ਹੈ। ਬੇਸਿਕਲੀ 550 ਕਰੋੜ ਜਿਹੜਾ ਇਸ ਮਿਸ਼ਨ ਨੂੰ ਦਿੱਤਾ ਗਿਆ ਹੈ ਤਾਂ ਕਿ ਹੈਲਥ ਇਨਫਰਾਸਟ੍ਰਕਚਰ ਨੂੰ, ਪੰਜਾਬ ਦੇ ਹੈਲਥ ਇਨਫਰਾਸਟ੍ਰਕਚਰ ਨੂੰ ਬੂਸਟ ਕੀਤਾ ਜਾ ਸਕੇ। ਗਵਰਨਮੈਂਟ ਜੋ ਹੈ ਹੈਲਥ ਰੈਵੋਲਿਊਸ਼ਨ ਜਾਂ ਜਿਹਨੂੰ ਆਪਾਂ ਕਹਿੰਦੇ ਆ ਹੈਲਥ ਕ੍ਰਾਂਤੀ ਲਿਆਉਣਾ ਚਾਹੁੰਦੀ ਹੈ ਥਰੂ ਦਿਸ ਮਿਸ਼ਨ। ਠੀਕ ਹੈ, ਤੁਸੀਂ ਦੇਖੋ ਪੰਜਾਬ ਵਿੱਚ ਕਾਫੀ ਸਾਰੇ ਇਸ਼ੂਜ਼ ਨੇ ਹੈਲਥ ਨਾਲ ਰਿਲੇਟਡ। ਅਗਰ ਤੁਸੀਂ ਗੱਲ ਕਰੋ, ਕੈਂਸਰ ਦਾ ਪ੍ਰੋਬਲਮ ਬਹੁਤ ਜ਼ਿਆਦਾ ਪ੍ਰੈਵਲੈਂਟ ਹੈ। ਦੈਨ ਡਰੱਗਸ ਕਰਕੇ ਹੈਲਥ ਇਸ਼ੂਜ਼ ਬਹੁਤ ਆ ਰਹੇ ਨੇ। ਕਿਡਨੀ ਸਟੋਨਸ, ਡਾਇਬਟੀਜ਼, ਇਹ ਲਾਈਫ ਸਟਾਈਲ ਡਿਸੀਜ਼ਸ ਵੈਸੇ ਹੀ ਅੱਜ ਕੱਲ੍ਹ ਬਹੁਤ ਵੱਧ ਰਹੀਆਂ ਨੇ, ਰਾਈਟ? ਹੁਣ ਅਗਰ ਆਪਾਂ ਚਾਹੁੰਦੇ ਹਾਂ ਕਿ ਸਾਡੀ ਸਿਟੀਜ਼ਨਰੀ ਜਿਹੜੀ ਆ ਉਹ ਹੈਲਦੀ ਰਵੇ, ਪ੍ਰੋਡਕਟਿਵ ਰਵੇ, ਆਊਟਪੁੱਟਸ ਦਿੰਦੀ ਰਵੇ, ਤਾਂ ਉਹਦੇ ਲਈ ਹੈਲਥ ਇਨਫਰਾਸਟ੍ਰਕਚਰ ਹੋਣਾ ਬਹੁਤ ਜ਼ਰੂਰੀ ਹੈ। ਐਂਡ ਦੈਟ ਇਜ਼ ਵੇਅਰ ਦਿਸ ਪੰਜਾਬ ਗਵਰਨਮੈਂਟ ਇਜ਼ ਫੋਕਸਿੰਗ। ਠੀਕ ਹੈ ਜੀ, ਸੋ ਮਿਸ਼ਨ ਸਿਹਤਮੰਦ ਪੰਜਾਬ ਇਸ ਵਿਜ਼ਨ ਨਾਲ ਹੈਲਥ ਰੈਵੋਲਿਊਸ਼ਨ ਲਿਆਉਣ ਲਈ ਹੀ ਲਾਂਚ ਕੀਤਾ ਗਿਆ ਹੈ। ਨਾਓ ਇਹਦੇ ਅੰਡਰ ਕਿਆ ਕੀਤਾ ਜਾਏਗਾ? ਫਰਸਟਲੀ ਤਾਂ ਦੇਖੋ, ਮਾਤਾ ਕੌਸ਼ਲਿਆ ਹਸਪੀਟਲ ਹੈ ਪਟਿਆਲਾ ਜ਼ਿਲ੍ਹਾ ਵਿੱਚ, ਇਹਦੇ ਵਿੱਚ ਜਿਹੜੀਆਂ ਹੈ ਸਹੂਲਤਾਂ ਨੂੰ ਅਪਗ੍ਰੇਡ ਕੀਤਾ ਜਾਏਗਾ ਤਾਂ ਕਿ ਪਟਿਆਲਾ ਤੇ ਆਸ-ਪਾਸ ਦੇ ਸਾਰੇ ਪਿੰਡਾਂ ਦੇ ਲੋਕ ਜਿਹੜੇ ਹੈ ਉਹ ਸਹੂਲਤਾਂ ਦਾ ਲਾਭ ਉਠਾ ਸਕਣ। ਠੀਕ ਹੈ, ਕਿਹੋ ਜਿਹੀ ਸਹੂਲਤਾਂ ਪ੍ਰੋਵਾਈਡ ਕੀਤੀਆਂ ਜਾਣਗੀਆਂ? ICU, ਇੰਟੈਂਸਿਵ ਕੇਅਰ ਯੂਨਿਟ। ਠੀਕ ਹੈ, ਬਹੁਤ ਇੰਪੋਰਟੈਂਟ ਹੁੰਦਾ ਹੈ। ਕ੍ਰਿਟੀਕਲ ਐਕਸੀਡੈਂਟਸ, ਕ੍ਰਿਟੀਕਲ ਸਿਚੁਏਸ਼ਨ ਵੇਲੇ ICUs ਚਾਹੀਦੇ ਹੁੰਦੇ ਹੈ। ICUs ਇੱਥੇ ਪ੍ਰੋਵਾਈਡ ਕੀਤੇ ਜਾਣਗੇ, ਰਾਈਟ? ਐਡੀਸ਼ਨਲ ਬੈਡਸ, 66 ਐਡੀਸ਼ਨਲ ਬੈਡਸ ਲਗਾਏ ਜਾਣਗੇ ਤਾਂ ਕਿ ਹੋਰ ਜ਼ਿਆਦਾ ਪੇਸ਼ੈਂਟਸ ਨੂੰ ਇੱਕ ਟਾਈਮ ਤੇ
ਐਡਰੈਸ ਕਰ ਸਕੇ। 20 ਲੱਖ ਟੋਟਲ ਲੋਕਾਂ ਨੂੰ ਇਹ ਕੇਟਰ ਕਰੇਗਾ। ਮਤਲਬ ਪਟਿਆਲਾ ਤੇ ਆਸ-ਪਾਸ ਦੇ ਜਿੰਨੇ ਵੀ ਗਾਂव ਹੈ ਉੱਥੇ ਆਲਮੋਸਟ ਇਹ ਮੰਨਿਆ ਜਾ ਰਿਹਾ ਹੈ ਕਿ 20 ਲੱਖ ਲੋਕਾਂ ਦੇ ਕੰਮ ਆਏਗਾ ਟਾਈਮ ਟੂ ਟਾਈਮ, ਰਾਈਟ। ਇਸ ਹਸਪੀਟਲ ਲਈ ਇਕੱਲੇ ਲਈ ਹੀ 13 ਜਾਂ ਆਲਮੋਸਟ ਤੁਸੀਂ ਕਹਿ ਸਕਦੇ ਹੋ 14 ਕਰੋੜ ਦੇ ਨੇੜੇ ਰੁਪਇਆ ਜਿਹੜਾ ਹੈ ਦਿੱਤਾ ਜਾਏਗਾ। ਸਾਰੀ ਲੇਟੈਸਟ ਫੈਸਿਲਿਟੀ ਆਈਸੀਯੂ, ਐਨਆਈਸੀਯੂ ਜਾਂ ਹੋਰ ਅਦਰ ਜੋ ਫੈਸਿਲਿਟੀਜ਼ ਚਾਹੀਦੀਆਂ ਹੁੰਦੀਆਂ ਇੱਕ ਮਾਡਰਨ ਹਸਪੀਟਲ ਨੂੰ, ਉਹ ਇੱਥੇ ਡੈਡੀਕੇਟ ਕੀਤੀਆਂ ਜਾਣਗੀਆਂ, ਰਾਈਟ। ਦੈਟ ਇਜ਼ ਦ ਫਰਸਟ ਸਟੈਪ ਦੈਟ ਵਿਲ ਬੀ ਟੇਕਨ ਅੰਡਰ ਮਿਸ਼ਨ ਸਿਹਤਮੰਦ ਪੰਜਾਬ, ਠੀਕ ਹੈ ਜੀ। ਉਸ ਤੋਂ ਬਾਅਦ 40 ਗਵਰਨਮੈਂਟ ਹਸਪੀਟਲਸ ਜਿਹੜੇ ਪੰਜਾਬ ਵਿੱਚ ਹੈ ਉਹਨਾਂ ਨੂੰ ਆਈਸੀਯੂਜ਼ ਨਾਲ ਇਕਿਪ ਕੀਤਾ ਜਾਏਗਾ, ਆਪਰੇਸ਼ਨ ਥੀਏਟਰਸ ਬਣਾਏ ਜਾਣਗੇ, ਐਮਰਜੈਂਸੀ ਵਾਰਡਸ ਬਣਾਏ ਜਾਣਗੇ। ਕਹਿਣ ਦਾ ਮਤਲਬ ਹੈ ਜੋ ਐਗਜ਼ਿਸਟਿੰਗ ਗਵਰਨਮੈਂਟ ਹਸਪੀਟਲਸ ਹੈ ਉਹਨਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ, ਰਾਈਟ। ਸੋ ਇਹ ਵੀ ਅੱਛਾ ਇਨੀਸ਼ੀਏਟਿਵ ਹੈ। ਉਸ ਤੋਂ ਬਾਅਦ ਟੋਟਲ ਫੰਡਿੰਗ ਜਿਹੜੀ ਮਿਸ਼ਨ ਨੂੰ ਦਿੱਤੀ ਜਾਏਗੀ 550 ਕਰੋੜ ਟੋਟਲ ਫੰਡਿੰਗ ਐਲੋਕੇਟ ਹੋਈ ਹੈ ਇਸ ਮਿਸ਼ਨ ਲਈ, ਤਾਂ ਕਿ ਇਸ ਮਿਸ਼ਨ ਦੀ ਜੋ ਵਿਜ਼ਨ ਹੈ ਉਹਨੂੰ ਅਚੀਵ ਕੀਤਾ ਜਾ ਸਕੇ। ਅਗੇਨ ਰੈਲੇਵੈਂਟ ਪ੍ਰੋਵੀਜ਼ਨ, ਠੀਕ ਹੈ ਜੀ। ਉਸ ਤੋਂ ਬਾਅਦ ਪੰਜਾਬ ਗਵਰਨਮੈਂਟ ਨੇ ਕਿਹਾ ਕਿ ਪੰਜਾਬ ਪਹਿਲੀ ਸਟੇਟ ਬਣੇਗੀ ਜਿੱਥੇ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰਸ ਹੋਣਗੇ ਗਵਰਨਮੈਂਟ ਹਸਪੀਟਲ ਵਿੱਚ, ਠੀਕ ਹੈ। ਮਤਲਬ ਕਿਆ ਹੈ, ਲੋਕਾਂ ਨੂੰ ਜਿਵੇਂ ਤੁਸੀਂ ਕਹਿ ਨਹੀਂ ਸਕਦੇ ਜਿਵੇਂ ਕਿਸਾਨਾਂ ਨੂੰ ਗਾਈਡ ਕਰਨ ਲਈ ਐਡਵਾਈਜ਼ਰੀ ਸੈਂਟਰਸ ਅੱਜਕੱਲ ਬਣੇ ਹੋਏ ਨੇ, ਉਸ ਤਰੀਕੇ ਨਾਲ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰਸ ਬਣਨਗੇ ਕਿ ਪੇਸ਼ੈਂਟਸ ਉੱਥੇ ਜਾ ਕੇ ਆਪਦੀ ਪ੍ਰੋਬਲਮਸ ਦੱਸ ਸਕਦੇ ਆ, ਪੁੱਛ ਸਕਦੇ ਆ ਕਿ ਕਿਆ ਸੋਲਿਊਸ਼ਨ ਹੈ, ਕੀ ਇਲਾਜ ਕਰਾਇਆ ਜਾਵੇ, ਕਿਹੜੇ ਹਸਪੀਟਲ ਜਾਇਆ ਜਾਵੇ, ਕਿਹੜੇ ਡਾਕਟਰ ਕੋਲ ਜਾਇਆ ਜਾਵੇ। all the kind of help that a patient needs that will be provided in these facilitation centers, ठीक है। ਇਹ ਕਿਤੇ ਵੀ ਇੰਡੀਆ ਵਿੱਚ ਐਗਜ਼ਿਸਟ ਨਹੀਂ ਕਰਦੇ। according to Punjab government we will become the first state in the country when we start patient facilitation centers under mission ਸਿਹਤਮੰਦ ਪੰਜਾਬ, ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਇੰਪੋਰਟੈਂਟ ਇਨੀਸ਼ੀਏਟਿਵ ਵਿਲ ਬੀ ਇਲੈਕਟ੍ਰੋਨਿਕ ਇੰਟੈਂਸਿਵ ਕੇਅਰ ਯੂਨਿਟ ਸਿਸਟਮ ਜਿਹੜੇ ਆ ਉਹ ਵੀ ਇੰਸਟਾਲ ਕੀਤੇ ਜਾਣਗੇ ਰਿਮੋਟ ਰੂਰਲ ਏਰੀਆਜ਼ 'ਚ। ਦੇਖੋ ਹੁਣ ਆਪਾਂ ਹਰ ਕਿਤੇ ਹਸਪੀਟਲ ਤਾਂ ਨਹੀਂ ਬਣਾ ਸਕਦੇ, ਬਟ ਅੱਜ ਕੱਲ੍ਹ ਕਿਆ ਹੈ ਡਿਜੀਟਲ ਦਾ ਜ਼ਮਾਨਾ ਹੈ, ਰਾਈਟ। ਆਪਾਂ ਬੈਠੇ ਬੈਠੇ ਵੀਡੀਓ ਕਾਨਫਰੰਸਿੰਗ ਕਰ ਲੈਂਦੇ ਆ, ਤਾਂ ਫਿਰ ਆਪਾਂ ਬੈਠੇ ਬੈਠੇ ਟੈਲੀ ਕਾਨਫਰੰਸਿੰਗ ਦੇ ਥਰੂ ਟੈਲੀ ਕੰਸਲਟੇਸ਼ਨ ਕਿਉਂ ਨਹੀਂ ਕਰ ਸਕਦੇ? ਕਿਉਂ ਸਾਡੇ ਡਾਕਟਰ ਜਿਹੜੇ ਆ ਵੀਡੀਓ ਕਾਨਫਰੰਸਿੰਗ ਦੇ ਥਰੂ ਅੱਛੀ ਸਰਵਿਸਿਜ਼ ਲੋਕਾਂ ਤੱਕ ਨਹੀਂ ਦੇ ਸਕਦੇ? that is what is being initiated here। electronic intensive care unit system ਦੇ ਥਰੂ ਰਿਮੋਟ ਏਰੀਆਜ਼ ਤੱਕ ਗਵਰਨਮੈਂਟ ਦੀ ਕੁਆਲਿਟੀ ਹੈਲਥ ਸਰਵਿਸਿਜ਼ ਪਹੁੰਚਾਈਆਂ ਜਾਣਗੀਆਂ, ਸੌਰੀ, ਰਾਈਟ। ਸੋ ਇਹੀ ਸਿਗਨੀਫਿਕੈਂਸ ਹੈ ਇਸ ਮਿਸ਼ਨ ਦਾ। ਹੈਲਥ ਰੈਵੋਲਿਊਸ਼ਨ ਲਿਆਉਣਾ ਹੈ ਸਟੇਟ ਵਿੱਚ, ਡਿਸੀਜ਼ਸ ਬਰਡਨ ਨੂੰ ਘਟਾਉਣਾ ਹੈ, ਹੈਲਦੀ ਪੰਜਾਬ ਸਿਹਤਮੰਦ ਪੰਜਾਬ ਦਾ ਸੁਪਨਾ ਜਿਹੜਾ ਹੈ ਉਹ ਸਜਾਣਾ ਹੈ। that is what this mission is all about। ਇਹਨੂੰ ਲਿਖ ਕੇ ਰੱਖੋ, ਇਹ ਦੁਬਾਰਾ ਫੇਰ ਨਿਊਜ਼ 'ਚ ਆਏਗਾ। ਦੇਖੋ ਸਕੂਲਸ ਆਫ ਐਮੀਨੈਂਸ ਸਕੀਮ ਫਲੈਗਸ਼ਿਪ ਸਕੀਮ ਹੈ ਪੰਜਾਬ ਗਵਰਨਮੈਂਟ ਦੀ। ਨਾउ ਦਿਸ ਮਿਸ਼ਨ ਸਿਹਤਮੰਦ ਵਿਲ ਆਲਸੋ ਬਿਕਮ ਦ ਫਲੈਗਸ਼ਿਪ ਸਕੀਮ। ਦੁਬਾਰਾ ਅਪੀਅਰ ਹੋਏਗਾ, ਕੁਐਸਚਨਸ 'ਚ ਵੀ ਆਏਗਾ। ਸੋ ਇਹ ਸਾਰਾ ਡਿਟੇਲ ਜਿਹੜਾ ਲਿਖ ਕੇ ਰੱਖੋ, questions can be asked, right। second topic है कंजली wetland deteriorating says in black, right। सब तो पहला देख लेने कि न्यूज़ है क्या। देखो न्यूज़ च आया है कि ये ਜਿਹੜੀ ਆਪਣੀ ਇੱਕ ਇੰਪੋਰਟੈਂਟ ਆਰਗੇਨਾਈਜੇਸ਼ਨ ਹੈ ਦ ਇੰਡੀਅਨ ਨੈਸ਼ਨਲ ਟਰਸਟ ਫॉर ਆਰਟ ਕਲਚਰ ਐਂਡ ਹੈਰੀਟੇਜ ਇੰਟੈਕ, ਬੇਸਿਕਲੀ ਆਪਣੀ ਹੈਰੀਟੇਜ ਕੰਜ਼ਰਵੇਸ਼ਨ ਵਾਸਤੇ ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਬਣਾਈ ਗਈ ਹੈ। ਨਾउ ਇਸ ਆਰਗੇਨਾਈਜੇਸ਼ਨ ਨੇ ਆਪਦੇ ਕੰਮ ਕਰਦਿਆਂ ਇਹ ਫਾਈਂਡ ਆਊਟ ਕੀਤਾ ਹੈ ਕਿ ਕਾਂਜਲੀ ਵੈਟਲੈਂਡ ਜਿਹੜੀ ਹੈ ਇਹਦੀ ਕੰਡੀਸ਼ਨ ਜੋ ਹੈ ਕਾਫੀ ਡਿਟੀਰੀਓਰੇਟ ਹੋ ਰਹੀ ਹੈ, ਖਰਾਬ ਹੋ ਰਹੀ ਹੈ, ਰਾਈਟ। ਖਰਾਬ ਕਿਉਂ ਹੋ ਰਹੀ ਹੈ? ਇੰਟੈਕ ਨੇ ਵੇਰੀਅਸ ਰੀਜ਼ਨਸ ਦਿੱਤੇ ਹੈ। ਤਾਂ ਕਹਿ ਰਿਹਾ ਹੈ ਕਿ ਆਪਾਂ ਸੀਵੇਜ ਜਿਹੜਾ ਹੈ ਆਪਣਾ ਡਾਇਰੈਕਟਲੀ ਇਸ ਵੈਟਲੈਂਡ 'ਚ ਪਾ ਦਿੰਦੇ ਹੈ, ਬਹੁਤ ਜ਼ਿਆਦਾ ਸੀਵੇਜ ਨੂੰ ਪ੍ਰੋਸੈਸ ਨਹੀਂ ਕੀਤਾ ਜਾਂਦਾ, ਕਲੀਨ ਨਹੀਂ ਕੀਤਾ ਜਾਂਦਾ, ਵੇਸਟ ਸੈਗਰੀਗੇਸ਼ਨ ਨਹੀਂ ਹੁੰਦੀ, ਜਿਹਦੇ ਕਰਕੇ ਆਪਾਂ ਆਪਦਾ ਸਾਰਾ ਐਕਸਕ੍ਰੀਟਾ ਵਗੈਰਾ ਇਸ ਵੈਟਲੈਂਡ ਵਿੱਚ ਡਾਇਰੈਕਟਲੀ ਪਾ ਰਹੇ ਆ। ਓਬਵੀਅਸਲੀ ਫਿਰ ਵੈਟਲੈਂਡ ਡਿਟੀਰੀਓਰੇਟ ਹੋਏਗੀ। ਉਸ ਤੋਂ ਬਾਅਦ ਆਪਣੀ ਇੰਡਸਟਰੀਜ਼ ਦੇਖੋ, ਇਹਨਾਂ ਤੇ ਕੋਈ ਕੰਟਰੋਲ ਨਹੀਂ ਹੈ, ਆਪਦਾ ਸਾਰਾ ਕੂੜਾ ਕਰਕਟ ਹਾਰਮਫੁਲ ਕੈਮੀਕਲ ਸਾਰੇ ਵਾਟਰ ਬੋਡੀਜ਼ 'ਚ ਪਾਉਂਦੇ ਨੇ ਐਂਡ ਕਾਂਜਲੀ ਹੈਜ਼ ਬਿਕਮ ਅ ਵਿਕਟਿਮ ਆਫ ਦੈਟ ਟੂ, ਰਾਈਟ। ਉਸ ਤੋਂ ਬਾਅਦ ਹੋਰ ਮੇਜਰ ਪ੍ਰੋਬਲਮਸ ਜਿਹੜੀ ਹੈ ਇਹ ਵੈਟਲੈਂਡ ਫੇਸ ਕਰ ਰਹੀ ਹੈ। ਅਨਟ੍ਰੀਟਡ ਵਾਟਰ ਇੱਥੇ ਜਾ ਰਿਹਾ ਹੈ, ਇਨਵੇਸਿਵ ਪਲਾਂਟ ਸਪੀਸੀਜ਼ ਇੱਥੇ ਜਿਹੜੇ ਹੈ ਪਹੁੰਚ ਰਹੇ ਨੇ, ਜਿਹਦੇ ਕਰਕੇ ਜਿਹੜੀ ਨੇਟਿਵ ਪਲਾਂਟ ਸਪੀਸੀਜ਼ ਹੈ ਉਹ ਮਰ ਰਹੇ ਨੇ। ਪਲਾਂਟ ਸਪੀਸੀਜ਼ ਬਹੁਤ ਇੰਪੋਰਟੈਂਟ ਹੈ ਤਾਂ ਕਿ ਵੈਟਲੈਂਡ ਨੂੰ ਸਰਵਾਈਵ ਕਰਾ ਸਕਣ, ਠੀਕ ਹੈ। ਸੋ ਇਸ ਤਰੀਕੇ ਦੀ ਪ੍ਰੋਬਲਮਸ ਕਰਕੇ ਮੇਨਲੀ the pollution that we are creating because of rising population, sprawling urbanization, increasing agriculture activities, poor waste management, ਇੰਨਾ ਸਭ ਕਰਕੇ ਜਿਹੜੀ ਇਹ ਵੈਟਲੈਂਡ ਹੈ ਉਹ ਅੰਡਰ ਥ੍ਰੈਟ ਹੈ, ਰਾਈਟ। ਅਗਰ ਆਪਾਂ ਇਸੇ ਤਰ੍ਹਾਂ ਪੋਲਿਊਟ ਕਰਦੇ ਰਹੇ, ਕਾਂਜਲੀ ਜਿਹੜਾ ਹੈ ਇੱਕ ਦਿਨ
गटर बन जाना है एंड इट वुड नो लॉन्गर बी अ वेटलैंड। ठीक है, ये मतलब है ਇਹਦਾ, राइट। ਹੁਣ ਸਿਗਨੀਫੀਕੈਂਸ ਦੇਖੋ ਬਹੁਤ ਹੁੰਦਾ ਹੈ। ਸਿਗਨੀਫੀਕੈਂਸ क्या है, क्यों ਆਪਾਂ ਵਰਿਡ ਹੈ ਕਿ ਕੰਜਲੀ ਨੂੰ ਬਚਾਣਾ ਹੈ, ਕੰਜਲੀ ਦੀ ਪੋਲਿਊਸ਼ਨ ਹੋ ਰਹੀ ਹੈ? ਇਸ ਲਈ ਬਿਕੋਜ਼ ਫਰਸਟਲੀ ਬਹੁਤ ਵੱਡੀ ਬਾਇਓਡਾਇਵਰਸਿਟੀ ਨੂੰ ਇਹ ਹੋਸਟ ਕਰਦੇ ਨੇ। ਬਹੁਤ ਤਰੀਕੇ ਦੇ ਬਰਡਸ, ਫਿਸ਼ਿਸ, ਐਨੀਮਲਸ ਜਿਹੜੇ ਹੈ ਉਹ ਕੰਜਲੀ ਦੀ ਬੇਸਿਸ ਤੇ ਸਰਵਾਈਵ ਕਰਦੇ ਨੇ। ਤਾਂ ਅਗਰ ਆਪਾਂ ਉਹ ਸਾਰੀ ਬਾਇਓਡਾਇਵਰਸਿਟੀ ਨੂੰ ਪ੍ਰੀਜ਼ਰਵ ਕਰਨਾ ਚਾਹੁੰਦੇ ਆ ਦੈਨ ਇਟ ਇਜ਼ ਵੈਰੀ ਇੰਪੋਰਟੈਂਟ ਕਿ ਆਪਾਂ ਉਹਨੂੰ ਸੇਵ ਕਰੀਏ। ਸੈਕੰਡਲੀ ਬਹੁਤ ਸਾਰੀ ਐਸੈਂਸ਼ੀਅਲ ਇਕੋਲੋਜੀਕਲ ਸਰਵਿਸਿਜ਼ ਕੰਜਲੀ ਪ੍ਰੋਵਾਈਡ ਕਰਦੀ ਹੈ, ਜਿਵੇਂ ਕਿ ਵਾਟਰ ਸਾਈਕਲ ਨੂੰ ਰਿਟੇਨ ਕਰਨਾ, ਨਿਊਟ੍ਰੀਐਂਟ ਸਾਈਕਲ ਨੂੰ ਰਿਟੇਨ ਕਰਨਾ, ਹਿਊਮਨ ਨੂੰ ਪਾਣੀ ਪ੍ਰੋਵਾਈਡ ਕਰਨਾ ਫॉर ਇੰਡਸਟਰੀ, ਇਰੀਗੇਸ਼ਨ, ਹੈਲਥ ਐਂਡ ਐਵਰੀ ਪਰਸਪੈਕਟਿਵ। ਅਗਰ ਆਪਾਂ ਕੰਜਲੀ ਨੂੰ ਵੇਸਟ ਕਰਾਂਗੇ ਤਾਂ ਇਹ ਆਪਣੇ ਸਾਰਿਆਂ ਦੇ ਲਈ ਇੱਕ ਬੁਰਾ ਨਿਊਜ਼ ਹੋਏਗੀ ਇਨ ਦੈਟ ਸੈਂਸ। ਠੀਕ ਹੈ, ਸੋ ਇਹ ਬਹੁਤ ਹੀ ਇੰਪੋਰਟੈਂਟ ਹੈ। ਇਹਦੀ ਇੰਪੋਰਟੈਂਸ ਕਰਕੇ ਹੀ ਇਹਨੂੰ 2002 ਦੇ ਵਿੱਚ ਰਾਮਸਰ ਵੈਟਲੈਂਡ ਸਾਈਟ ਦਾ ਵੀ ਖਿਤਾਬ ਮਿਲਿਆ ਸੀ। ਠੀਕ ਹੈ, ਸੋ ਵੀ ਨੀਡ ਟੂ ਪ੍ਰੋਟੈਕਟ ਇਟ, ਰਾਈਟ। ਹੁਣ ਦੇਖੋ ਪ੍ਰੀਲਿਮਸ ਲਈ ਕੰਜਲੀ ਬਾਰੇ ਜਾਣਨਾ ਵੀ ਬਹੁਤ ਜ਼ਰੂਰੀ ਹੈ। ਪ੍ਰੀਲਿਮ ਵਿੱਚ ਕੰਜਲੀ ਤੇ ਆਲਰੇਡੀ ਕਾਫੀ ਵਾਰ ਕੁਐਸਚਨ ਪੀਸੀਐਸ ਪੁੱਛ ਚੁੱਕੀ ਹੈ, यूपीएससी ਵੀ ਪੁੱਛ ਸਕਦੀ ਹੈ ਐਂਡ ਦੁਬਾਰਾ ਵੀ ਪੁੱਛਿਆ ਜਾ ਸਕਦਾ ਹੈ। ਤਾਂ ਕੰਜਲੀ ਬਾਰੇ ਵੀ ਕੁਝ ਫੈਕਚੁਅਲ ਇਨਫੋਰਮੇਸ਼ਨ ਆਪਾਂ ਨੂੰ ਯਾਦ ਰੱਖਣੀ ਪਊਗੀ। ਲੈਟਸ ਡਿਸਕਸ दैट। ਨਾउ ਕਾਂਜਲੀ ਇਜ਼ ਅ ਮੈਨ ਮੇਡ ਵੈਟਲੈਂਡ। ਠੀਕ ਹੈ, ਨੈਚੁਰਲੀ ਨਹੀਂ ਐਗਜ਼ਿਸਟ ਕਰ ਰਹੀ ਸੀ। ਸਮਝ ਲਓ ਕਿ ਤੁਸੀਂ ਖੁਦ ਖੋਦ ਕੇ ਉੱਥੇ ਸਪੇਸ ਬਣਾਈ ਹੈ ਫॉर ਦਿਸ ਵੈਟਲੈਂਡ ਟੂ ਸਰਵਾਈਵ। ਠੀਕ ਹੈ ਜੀ। ਹੁਣ ਇਹ ਕਪੂਰਥਲਾ ਡਿਸਟ੍ਰਿਕਟ, ਪੰਜਾਬ ਦੇ ਕਪੂਰਥਲਾ ਡਿਸਟ੍ਰਿਕਟ ਦੇ ਵਿੱਚ ਲੋਕੇਟਡ ਹੈ। ਆਈ ਹੋਪ ਯੂ ਨੋ ਆਲ ਦ ਡਿਸਟ੍ਰਿਕਟਸ। ਇਫ ਯੂ ਨੋ ਰਾਈਟ ਇਨ ਦ ਕਮੈਂਟ ਬਾਕਸ ਕਿ ਪੰਜਾਬ ਦੇ ਕਿੰਨੇ ਟੋਟਲ ਡਿਸਟ੍ਰਿਕਟਸ ਨੇ ਤੇ ਕਪੂਰਥਲਾ ਜਿਹੜਾ ਹੈ ਉਹ ਕਿਹੜੇ ਰੀਜਨ ਚ ਪੈਂਦਾ ਹੈ। ਤੁਹਾਨੂੰ ਪਤਾ ਹੈ ਪੰਜਾਬ ਜਿਹੜਾ 3 ਰੀਜਨਸ ਚ ਡਿਵਾਈਡਡ ਹੈ, ਮਾਝਾ, ਮਾਲਵਾ ਤੇ ਦੁਆਬਾ। ਤਾਂ ਤੁਸੀਂ ਦੱਸੋਗੇ ਕਿ ਕਪੂਰਥਲਾ ਕਿਹੜੇ ਰੀਜਨ ਚ ਪੈਂਦਾ ਹੈ ਐਂਡ ਪੰਜਾਬ ਚ ਟੋਟਲ ਕਿੰਨੇ ਡਿਸਟ੍ਰਿਕਟ ਨੇ। ਠੀਕ ਹੈ ਜੀ। ਉਸ ਤੋਂ ਬਾਅਦ ਇਹ 1870 ਦੇ ਵਿੱਚ ਜਿਹੜਾ ਹੈ ਕ੍ਰੀਏਟ ਕੀਤਾ ਗਿਆ ਸੀ ਕੰਜਲੀ ਵੈਟਲੈਂਡ ਨੂੰ, ਰਾਈਟ। ਬੇਸਿਕਲੀ ਬੈਨ ਰਿਵਰ ਦੇ ਅਕ੍ਰੋਸ ਜਿਹੜਾ ਹੈ ਇਹਨੂੰ ਕ੍ਰੀਏਟ ਕੀਤਾ ਗਿਆ ਸੀ, ਇਹ ਯਾਦ ਰੱਖਣਾ ਹੈ। ਇੱਥੇ ਬਹੁਤ ਰਿਚ ਬਾਇਓਡਾਇਵਰਸਿਟੀ ਹੈ, ਇਕੁਐਟਿਕ, ਮੇਜ਼ੋਫਿਟਿਕ, ਟੈਰੇਸਟਰੀਅਲ ਫਲੋਰਾ ਫੌਨਾ ਬਹੁਤ ਐਗਜ਼ਿਸਟ ਕਰਦੀ ਹੈ, ਰਾਈਟ। ਰਾਮਸਰ ਕਨਵੈਨਸ਼ਨ ਦੇ ਅੰਡਰ ਇਹ ਇਨਕਲੂਡਡ ਹੈ ਅੰਡਰ ਦ ਲਿਸਟ ਆਫ ਵੈਟਲੈਂਡਸ ਆਫ ਇੰਟਰਨੈਸ਼ਨਲ ਇੰਪੋਰਟੈਂਸ। ਠੀਕ ਹੈ ਜੀ। ਅੰਜਲੀ ਇਜ਼ ਅਪਸਟ੍ਰੀਮ ਟੂ ਹਰੀਕੇ, ਇਹ ਯਾਦ ਰੱਖਣਾ ਹੈ। ਕਈ ਵਾਰ ਉਹ ਮੈਪ ਤੇ ਆਰਡਰ ਪੁੱਛ ਲੈਂਦੇ ਆ ਤਾਂ ਇਹ ਯਾਦ ਰੱਖਣਾ ਕੰਜਲੀ ਜਿਹੜੀ ਹੈ ਅਪਸਟ੍ਰੀਮ ਤੇ ਹੈ, ਜਿਹੜੀ ਹਰੀਕੇ ਆ ਉਹ ਤੋਂ ਨੀਚੇ ਆਉਂਦੀ ਹੈ, ਰਾਈਟ। ਐਂਡ that is what is the factual information that you need to remember। ਠੀਕ ਹੈ ਜੀ। ਇਸ ਤੋਂ ਬਾਅਦ ਇੰਟੈਕ ਦੇ ਬਾਰੇ ਦੇਖਦੇ ਹਾਂ। ਇੰਟੈਕ ਜਿਹੜੀ ਆਪਣੀ ਆਰਗੇਨਾਈਜੇਸ਼ਨ ਕੀਤੀ ਹੈ ਤੇ ਵੀ ਪ੍ਰੀਲਿਮਸ ਦਾ ਕੁਐਸਚਨ ਆਉਣ ਦੀ ਥੋੜੀ ਜਿਹੀ ਸੰਭਾਵਨਾ ਹੈ, ਥੋੜਾ ਦੇਖ ਲਵਾਂਗੇ। ਸੋ ਇਟ ਇਜ਼ ਅ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ, ਜਿਵੇਂ ਆਪਾਂ ਐਨਜੀਓ, ਐਨਪੀਓਸ ਹੁੰਦੇ ਆ ਨਾ, ਇਹ ਉਸ ਤਰੀਕੇ ਦੀ ਚੈਰੀਟੇਬਲ ਆਰਗੇਨਾਈਜੇਸ਼ਨ ਹੈ। ਠੀਕ ਹੈ, ਇਹ ਰਜਿਸਟਰਡ ਹੈ ਸੁਸਾਇਟੀਜ਼ ਰਜਿਸਟ੍ਰੇਸ਼ਨ ਐਕਟ ਦੇ ਅੰਡਰ। ਠੀਕ ਹੈ, ਐਂਡ 1984 ਵਿੱਚ ਦਿੱਲੀ ਵਿੱਚ ਇਹਦੀ ਸਥਾਪਨਾ ਕੀਤੀ ਗਈ ਸੀ। ਵਿਜ਼ਨ ਕਿਆ ਸੀ, ਪਰਪਸ ਕਿਆ ਸੀ ਇੰਟੈਕ ਬਣਾਉਣ ਦਾ? ਟੂ ਸਟਿਮੂਲੇਟ ਐਂਡ ਸਪੀਅਰਹੈਡ ਹੈਰੀਟੇਜ ਅਵੇਅਰਨੈਸ ਐਂਡ ਕੰਜ਼ਰਵੇਸ਼ਨ। ਠੀਕ ਹੈ, ਆਪਣੀ ਵੇਰੀਅਸ ਟਾਈਪ ਆਫ ਹੈਰੀਟੇਜ ਹੋ ਸਕਦੀ ਹੈ। ਦੇਖੋ ਕਾਂਜਲੀ ਇਜ਼ ਲਾਈਕ ਅਵਰ ਇਨਵਾਇਰमेंटल ਹੈਰੀਟੇਜ, ਸਿਰਫ ਹਿਸਟਰੀ ਨਾਲ ਹੀ ਨਹੀਂ ਹੈਰੀਟੇਜ ਰਿਲੇਟਡ ਹੁੰਦੀ, ਸਿਰਫ ਮੋਨੂਮੈਂਟਸ ਹੀ ਨਹੀਂ ਹੈਰੀਟੇਜ ਹੁੰਦੇ, ਬਾਇਓਡਾਇਵਰਸਿਟੀ, ਇਹ ਰਿਸੋਰਸਿਸ ਵੀ ਆਪਣੀ ਹੈਰੀਟੇਜ ਹੈ। ਤਾਂ ਉਹਨੂੰ ਹੀ, ਉਹਦੇ ਬਾਰੇ ਹੀ ਅਵੇਅਰਨੈਸ ਕ੍ਰੀਏਟ ਕਰਨ ਲਈ, ਉਹਦੀ ਕੰਜ਼ਰਵੇਸ਼ਨ ਪ੍ਰੋਵਾਈਡ ਕਰਨ ਲਈ ਇਹ ਜਿਹੜੀ ਹੈ ਆਰਗੇਨਾਈਜੇਸ਼ਨ ਕੰਮ ਕਰਦੀ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਇਹਦੇ ਕੰਟਰੀਬਿਊਸ਼ਨਸ ਕਰਕੇ ਇਹਨੂੰ ਸਪੈਸ਼ਲ ਕੰਸਲਟੇਟਿਵ ਸਟੇਟਸ ਵੀ ਦਿੱਤਾ ਗਿਆ ਸੀ ਯੂਨਾਈਟਿਡ ਨੇਸ਼ਨਸ ਇਕਨੋਮਿਕ ਐਂਡ ਸੋਸ਼ਲ ਕਾਉਂਸਲ ਤੇ। ਠੀਕ ਹੈ ਜੀ। ਇਹ ਇਹਦਾ ਯੂਨੀਕ ਜਾਂ ਲੋਗੋ ਹੈ, ਕਈ ਵਾਰ ਕੁਐਸਚਨ ਆ ਜਾਂਦਾ ਹੈ ਤਾਂ ਪੁੱਛ ਆਪਾਂ ਨੂੰ ਯਾਦ ਰੱਖਣਾ ਚਾਹੀਦਾ ਹੈ। ਐਂਥ੍ਰੋਪੋਮੋਰਫਿਕ ਕਾਪਰ ਫਿਗਰ ਹੈ that we got from ਸ਼ਾਹਬਾਦ, ਉੱਤਰ ਪ੍ਰਦੇਸ਼। ਉਹਨੂੰ ਇਹਨਾਂ ਨੇ ਆਪਦਾ ਸਿੰਬਲ ਬਣਾਇਆ ਹੈ ਬਿਕੋਜ਼ ਦਿਸ ਇਜ਼ ਅ ਹੈਰੀਟੇਜ ਆਰਗੇਨਾਈਜੇਸ਼ਨ, ਹੈਰੀਟੇਜ ਨੂੰ ਪ੍ਰੀਜ਼ਰਵ ਕਰਨ ਲਈ ਤਾਂ ਉਹਦਾ ਹੀ ਰਿਲੇਟਡ ਇੱਕ ਸਿੰਬਲ ਜਿਹੜਾ ਹੈ ਇਹਨਾਂ ਨੇ ਯੂਜ਼ ਕੀਤਾ ਹੈ, ਰਾਈਟ। 3000 ਸਾਲ ਪੁਰਾਣਾ ਇਹ ਇੱਕ ਫਿਗਰੀਨ ਹੈ ਜਿਹਨੂੰ ਇਹਨਾਂ ਨੇ ਆਪਦਾ ਲੋਗੋ ਬਣਾ ਲਿਆ ਹੈ ਇੰਟੈਕ ਨੇ, ਰਾਈਟ। ਸੋ ਇਹ ਸਾਰੀ ਫੈਕਚੁਅਲ ਇਨਫੋਰਮੇਸ਼ਨ ਯਾਦ ਰੱਖੋ। ਪ੍ਰੀਲਿਮਸ ਚ ਜੇ ਕੁਐਸਚਨ ਪੁੱਛੇ ਜਾਂਦੇ ਆ, ਅਦਰਵਾਈਜ਼ ਇਹ ਸਾਰਾ ਮੇਨਸ ਵਿੱਚ ਤੁਸੀਂ ਡਿਸਕਸ਼ਨ ਯੂਜ਼ ਕਰ ਸਕਦੇ ਹੋ। ਤੁਹਾਨੂੰ ਵਾਟਰ ਪੋਲਿਊਸ਼ਨ ਤੇ ਐਸੇ ਆ ਸਕਦਾ ਹੈ, ਵਾਟਰ ਰਿਸੋਰਸਿਸ ਦੀ ਡਿਗਰੇਡੇਸ਼ਨ ਤੇ ਮੇਨਸ ਦਾ ਕੁਐਸਚਨ, ਇਨਵਾਇਰਨਮੈਂਟ ਦਾ ਕੁਐਸਚਨ ਆ ਸਕਦਾ ਹੈ, ਕੇਸ ਸਟੱਡੀ ਆ ਸਕਦੀ ਹੈ, ਐਵਰੀਵੇਅਰ ਯੂ ਕੈਨ ਯੂਜ਼ ਦਿਸ। ਠੀਕ ਹੈ ਜੀ। ਨੈਕਸਟ ਹੈਗਾ ਐਜੂਕੇਸ਼ਨ ਮਿਨਿਸਟਰੀ ਡਰਾਫਟ ਗਾਈਡਲਾਈਨਸ ਔਨ ਸੁਸਾਈਡ ਪ੍ਰੀਵੈਂਸ਼ਨ। ਠੀਕ ਹੈ ਜੀ। ਸੁਸਾਈਡਸ ਦੇਖੋ ਜਗ੍ਹਾ ਜਗ੍ਹਾ ਤੇ ਯੂ ਆਰ ਵਿਟਨੈਸਿੰਗ ਅ ਲੋਟ। ਸਕੂਲਸ ਚ ਓਬਵੀਅਸਲੀ ਬੱਚਿਆਂ ਤੇ ਪੜ੍ਹਾਈ ਦਾ ਸਟ੍ਰੈਸ ਬਹੁਤ ਰਹਿੰਦਾ ਹੈ,
ਕੰਪੀਟੀਸ਼ਨ ਬਹੁਤ ਹੈ, ਰੇਸ ਦਾ ਜ਼ਮਾਨਾ ਲੱਗਿਆ ਰਹਿੰਦਾ ਹੈ। ਬੱਚਿਆਂ ਦੀ ਆਪਾਂ ਯੂਨੀਕ ਟੈਲੈਂਟਸ ਆਈਡੈਂਟੀਫਾਈ ਕਰਨ ਦੀ ਬਜਾਏ ਪੇਰੈਂਟਸ ਯੂਜੂਅਲੀ ਉਹਨਾਂ ਨੂੰ ਰੇਸ ਦੇ ਵਿੱਚ ਭੱਜਣ ਲਈ ਮਜਬੂਰ ਕਰ ਦਿੰਦੇ ਹੈ। ਜਾਂ ਤਾਂ ਡਾਂਸਿੰਗ ਵਿੱਚ, ਸਟੱਡਿੰਗ ਵਿੱਚ, ਕਿਤੇ ਵੀ ਜਿੱਥੇ ਵੀ ਜਿਸ ਚੀਜ਼ ਦਾ ਟਰੈਂਡ ਹੁੰਦਾ ਆਪਾਂ ਬੱਚੇ ਨੂੰ ਉਸ 'ਚ ਹੀ ਪਾਉਣ ਦੀ ਕੋਸ਼ਿਸ਼ ਕਰਦੇ ਹੈ। ਤਾਂ ਇਹਦੇ ਕਰਕੇ ਕੀ ਹੁੰਦਾ ਹੈ ਕਿ ਜਿਹੜੇ ਬੱਚੇ ਹੁੰਦੇ ਹੈ ਉਹ ਜ਼ਿਆਦਾ ਕੋਪ ਅਪ ਪ੍ਰੈਸ਼ਰ ਨਾਲ ਨਹੀਂ ਕਰ ਪਾਉਂਦੇ। ਜਦੋਂ ਉਹਨਾਂ ਦੀ ਕਪੈਸਿਟੀ ਦੇ ਅਕੋਰਡਿੰਗ ਉਹਨਾਂ ਨੂੰ ਡਾਇਰੈਕਸ਼ਨ ਨਹੀਂ ਮਿਲਦੀ, ਉਹ ਸਟ੍ਰੈਸਡ ਆਊਟ ਫੀਲ ਕਰਦੇ ਨੇ। ਐਂਡ ਦੈਟ ਲੀਡਸ ਟੂ ਲੋਟ ਆਫ ਸਟੂਡੈਂਟ ਸੁਸਾਈਡਸ। ਠੀਕ ਹੈ, ਸੋ ਇਹ ਐਜੂਕੇਸ਼ਨ ਦੇ ਸੈਕਟਰ ਵਿੱਚ ਸੁਸਾਈਡਸ ਨੂੰ ਪ੍ਰੀਵੈਂਟ ਕਰਨ ਲਈ ਮਿਨਿਸਟਰੀ ਆਫ ਐਜੂਕੇਸ਼ਨ ਨੇ ਕੁਝ ਗਾਈਡਲਾਈਨਸ ਜਿਹੜੀਆਂ ਡਰਾਫਟ ਕੀਤੀਆਂ ਹੈ। ਦੇਖੋ ਇਹ ਲਾਅ ਵੀ ਬਣ ਸਕਦਾ ਹੈ ਜਾ ਕੇ ਫਿਊਚਰ ਵਿੱਚ। ਇਹ ਹਜੇ ਡਰਾਫਟ ਗਾਈਡਲਾਈਨਸ ਹੈ, ਕਹਿਣ ਦਾ ਮਤਲਬ ਹੈ ਹਜੇ ਇਹਨਾਂ ਤੇ ਡਿਸਕਸ਼ਨ ਵਗੈਰਾ ਹੋਏਗੀ, ਇਹਨਾਂ ਵਿੱਚ ਅਪਗ੍ਰੇਡੇਸ਼ਨਸ ਵੀ ਆ ਸਕਦੀਆਂ ਹੈ। ਬਟ ਵਾਟ ਆਰ ਦ ਗਾਈਡਲਾਈਨਸ ਦੈਟ ਹੈਵ ਬੀਨ ਗਿਵਨ, ਇਹ ਆਪਾਂ ਆਂਸਰਸ ਵਗੈਰਾ ਸਟ੍ਰੈਸਸ 'ਚ ਯੂਜ਼ ਕਰ ਸਕਦੇ ਹਾਂ, ਤਾਂ ਦੇਖ ਲਵਾਂਗੇ। ਸੋ ਇਹ ਗਾਈਡਲਾਈਨਸ ਨੂੰ ਟਾਈਟਲ ਦਿੱਤਾ ਗਿਆ ਹੈ ਉਮੀਦ ਗਾਈਡਲਾਈਨਸ। ਉਮੀਦ ਦਾ ਫੁੱਲ ਫਾਰਮ ਅੰਡਰਸਟੈਂਡ, ਮੋਟੀਵੇਟ, ਮੈਨੇਜ, ਐਮਪਥਾਈਜ਼, ਐਮਪਾਵਰ, ਡਿਵੈਲਪ। ਠੀਕ ਹੈ ਜੀ, ਇਹ ਯਾਦ ਰੱਖਣਾ ਹੈ, ਕੰਮ ਆਉਂਦਾ ਹੈ। ਉਮੀਦ ਗਾਈਡਲਾਈਨਸ ਹੈਵ ਬੀਨ ਗਿਵਨ। ਹੁਣ ਇਹਨਾਂ ਗਾਈਡਲਾਈਨਸ ਦੇ ਵਿੱਚ ਮਿਨਿਸਟਰੀ ਕਿਆ ਕਹਿ ਰਹੀ ਹੈ ਕਿ ਆਪਾਂ ਨੂੰ ਕਿਆ ਕਿਆ ਕਰਨਾ ਚਾਹੀਦਾ ਸੁਸਾਈਡਸ ਨੂੰ ਪ੍ਰੀਵੈਂਟ ਕਰਨ ਲਈ। ਫਰਸਟਲੀ ਤਾਂ ਸਕੂਲ ਵੈਲਨੈਸ ਟੀਮਸ ਬਣਾਉਣੀਆਂ ਚਾਹੀਦੀਆਂ ਹੈ। ਹਰ ਸਕੂਲ ਵਿੱਚ ਇੱਕ ਇਹੋ ਜਿਹੀ ਸਕੂਲ ਵੈਲਨੈਸ ਟੀਮ ਹੋਣੀ ਚਾਹੀਦੀ ਹੈ ਜਿਸ ਦੇ ਵਿੱਚ ਪ੍ਰਿੰਸੀਪਲ ਹੈਗੇ ਆ, ਹੈਡ ਟੀਚਰਸ ਨੇ, ਸਟੂਡੈਂਟਸ ਨੇ, ਸਭ ਮਿਲ ਕੇ ਸੁਸਾਈਡਸ ਦੇ ਰਿਗਾਰਡਿੰਗ ਅਵੇਅਰਨੈਸ ਜਨਰੇਟ ਕਰਦੇ ਨੇ, ਪ੍ਰੋਗਰਾਮਸ ਹੈਲਡ ਕਰਦੇ ਨੇ, ਅਵੇਅਰਨੈਸ ਪ੍ਰੋਗਰਾਮਸ ਕੰਡਕਟ ਕਰਦੇ ਨੇ। ਬੱਚਿਆਂ ਨੂੰ ਸਹਾਰਾ ਦਿੱਤਾ ਜਾਂਦਾ ਹੈ। ਜਿਹੜੇ ਬੱਚੇ ਲੱਗਣ ਕਿ ਸੁਸਾਈਡ ਕਮਿਟ ਕਰ ਸਕਦੇ ਆ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਹੈਲਪ ਦੇਣ ਦਾ ਕੰਮ ਇਹ ਸਕੂਲ ਵੈਲਨੈਸ ਟੀਮ ਕਰੇਗੀ। ਠੀਕ ਹੈ, ਸੋ ਫਰਸਟ ਉਮੀਦ ਗਾਈਡਲਾਈਨ ਹੈ ਕਿ ਇਹ ਜੀ ਸਕੂਲ ਵੈਲਨੈਸ ਟੀਮਸ ਜਿਹੜੀਆਂ ਹਰ ਸਕੂਲ ਵਿੱਚ ਬਣਾਈਆਂ ਜਾਣ। ਸੈਕਿੰਡ, ਇਨਹਾਂਸਿੰਗ ਸੈਂਸਿਟੀਵਿਟੀ। ਠੀਕ ਹੈ, ਸੈਂਸਿਟਿਵ ਮਤਲਬ ਅਵੇਅਰਨੈਸ ਤੇ ਆਪਾਂ ਨੂੰ ਸਪੋਰਟ ਸਿਸਟਮ ਜਿਹੜਾ ਹੈ ਉਹ ਸੁਸਾਈਡਸ ਦੇ ਰਿਲੇਟਡ ਆਪਾਂ ਨੂੰ ਵਧਾਉਣਾ ਚਾਹੀਦਾ ਹੈ, ਤਾਂ ਕਿ ਬੱਚੇ ਜਿਹੜੇ ਸਫਰ ਕਰ ਰਹੇ ਆ, ਜਿਹੜੇ ਅੰਡਰ ਪ੍ਰੈਸ਼ਰ ਹੈ, ਉਹ ਪ੍ਰੈਸ਼ਰ 'ਚ ਆ ਕੇ ਸੁਸਾਈਡ ਨਾ ਕਮਿਟ ਕਰਨ, ਰਾਦਰ ਕਿਸੇ ਨਾਲ ਆ ਕੇ ਗੱਲਬਾਤ ਕਰਨ। ਤਾਂ ਉਹ ਇਹ ਜਿਹਾ ਐਮਪੈਥੈਟਿਕ ਜਿਹੜਾ ਆਪਾਂ ਇੱਕ ਐਟਮੋਸਫੇਅਰ ਬਣਾਉਣਾ ਹੈ ਕਿ ਕੋਈ ਵੀ ਆ ਕੇ ਆਪਦੀ ਪ੍ਰੋਬਲਮ ਬਾਰੇ ਗੱਲਬਾਤ ਕਰ ਸਕੇ। ਅਗਰ ਉਹ ਗੱਲਬਾਤ ਕਰਨਗੇ, ਆਪਦਾ ਦਿਲ ਹਲਕਾ ਕਰ ਸਕਣਗੇ, ਤਾਂ ਸੁਸਾਈਡ ਜਿਹੜੇ ਆਪਾਂ ਘਟਾ ਸਕਦੇ ਹਾਂ। ਠੀਕ ਹੈ ਜੀ, ਇਹ ਸੈਕਿੰਡ ਹੋਣਾ ਚਾਹੀਦਾ ਹੈ। ਥਰਡ ਹੈ ਆਈਡੈਂਟੀਫਾਈਂਗ ਸਟੂਡੈਂਟਸ ਐਗਜ਼ਿਬਿਟਿੰਗ ਵਾਰਨਿੰਗ ਸਾਈਨਸ। ਠੀਕ ਹੈ, ਥਰਡ ਗਾਈਡਲਾਈਨ ਇਹ ਹੈ ਕਿ ਜਿਹੜੀ ਸਕੂਲ ਵੈਲਨੈਸ ਟੀਮ ਹੈ ਜਾਂ ਟੀਚਰਸ ਹੈ ਉਹ ਇੰਨੇ ਟ੍ਰੇਨਡ ਹੋਣੇ ਚਾਹੀਦੇ ਹੈ ਕਿ ਉਹ ਆਇਡੈਂਟੀਫਾਈ ਕਰ ਸਕਣ ਕਿ ਕਿਹੜਾ ਬੱਚਾ ਅੰਡਰ ਪ੍ਰੈਸ਼ਰ ਹੈ ਐਂਡ ਪੋਸਿਬਿਲਿਟੀ ਆਫ ਸੁਸਾਈਡ ਇਜ਼ देयर। ਠੀਕ ਹੈ, ਤਾਂ ਕਿ अर्ਲੀ ਮੈਜਰਸ ਲਿੱਤੇ ਜਾ ਸਕਣ, ਪ੍ਰੀਵੈਂਟਿਵ ਮੈਜਰਸ ਲਿੱਤੇ ਜਾ ਸਕਣ। ਠੀਕ ਹੈ ਜੀ, ਨੈਕਸਟ ਗਾਈਡਲਾਈਨ ਕਹਿ ਰਹੀ ਹੈ ਕਿ ਸਕੂਲਸ, ਪੇਰੈਂਟਸ ਤੇ ਕਮਿਊਨਿਟੀ ਦੇ ਵਿੱਚ ਇੱਕ ਪੂਰਾ ਆਪਾਂ ਨੈਟਵਰਕ ਬਣਾਉਣਾ ਹੈ ਕਿ ਇਨਸਟੈਡ ਆਫ ਅੱਜ ਕੱਲ ਤਾਂ ਤੁਸੀਂ ਦੇਖੋ ਕਿ ਅਗਰ ਕੋਈ ਡਿਪਰੈਸ਼ਨ ਵਗੈਰਾ 'ਚ ਹੁੰਦਾ ਹੈ, ਕੋਈ ਗਲਤ ਮੂਡ ਵਿੱਚ ਹੁੰਦਾ ਹੈ, ਤਾਂ ਸੁਸਾਇਟੀ ਜਿਹੜੀ ਹੈ ਜ਼ਿਆਦਾ ਕੋਆਪਰੇਟਿਵ ਨਹੀਂ ਹੁੰਦੀ, ਜਾਂ ਆਪਾਂ ਕਹਿ ਸਕਦੇ ਹਾਂ ਕਿ ਉਹ ਸਮਝ ਨਹੀਂ ਪਾਉਂਦੇ। ਮੈਂਟਲ ਹੈਲਥ ਇਸ਼ੂ ਹੈ ਇਹ, ਰਾਦਰ ਦੈਨ ਐਨੀ ਅਦਰ ਡਿਸੀਜ਼, ਇਹ ਸਮਝ ਨਹੀਂ ਪਾਉਂਦੇ। ਤਾਂ ਇਸੇ ਲਈ ਇਹ ਗਾਈਡਲਾਈਨ ਕਹਿ ਰਹੀ ਹੈ ਕਿ ਆਪਾਂ ਸਕੂਲਸ, ਪੇਰੈਂਟਸ ਤੇ ਕਮਿਊਨਿਟੀ ਨੂੰ ਇਕੱਠੇ ਮਿਲਾ ਕੇ ਇੱਕ ਇਹੋ ਜਿਹੀ ਕਮਿਊਨਿਟੀ ਬਣਾਉਣੀ ਹੈ ਜਿਹੜੀ ਬੱਚਿਆਂ ਦੇ ਇੰਟਰਸਟ ਵਿੱਚ, ਹਿੱਤ ਵਿੱਚ ਕੰਮ ਕਰੇ। Right? They understand the gravity of this situation rather than treating or staying aloof from people who are suffering. They should be considerate towards the interest of such people. ठीक है, स्टिग्मा नहीं होना चाहिए mental illness ਦਾ। ਠੀਕ ਹੈ, ਜਿਵੇਂ ਹੁਣ ਦੇਖੋ ਕਿਸੇ ਨੂੰ ਕੋਈ ਬਿਮਾਰੀ ਹੋ ਜਾਏ, ਲੋਕ ਉਹਦੇ ਕੋਲ ਜਾਣਾ ਹੀ ਬੰਦ ਕਰ ਦਿੰਦੇ ਆ ਕਿ ਜੀ ਸਾਨੂੰ ਵੀ ਬਿਮਾਰੀ ਫੈਲ ਜੂ, ਇਹ ਤਾਂ ਡਿਪਰੈਸ਼ਨ ਦਾ ਮਰੀਜ਼ ਹੈ, ਸਾਨੂੰ ਵੀ ਡਿਪਰੈਸ਼ਨ ਦੇ ਦੂ, ਕਾਈਂਡ ਆਫ। ਇਹ ਐਟੀਟਿਊਡ ਨਹੀਂ ਹੋਣਾ ਚਾਹੀਦਾ, ਸਟਿਗਮਾ ਨਹੀਂ ਹੋਣਾ ਚਾਹੀਦਾ, ਰਾਦਰ ਵੀ ਸ਼ੁਡ ਹੈਲਪ ਟੂ try to help that person, that community, parent school cooperation the guideline is trying to make। ਠੀਕ ਹੈ ਜੀ, ਉਸ ਤੋਂ ਬਾਅਦ ਇਹ ਕਹਿ ਰਿਹਾ ਹੈ ਡੈਮੇਜਿੰਗ ਨੋਸ਼ਨਸ ਨੂੰ ਡਿਸਕਾਰਡ ਕਰਨਾ ਹੈ। ਜਿਵੇਂ ਬਹੁਤ ਸਾਰੇ ਪੇਰੈਂਟਸ ਜਾਂ ਬਹੁਤ ਸਾਰੀ ਜਗ੍ਹਾਵਾਂ ਤੇ ਕੰਪੈਰੀਜ਼ਨ ਹੁੰਦਾ ਰਹਿੰਦਾ ਹੈ ਕਿ ਇਹ ਬੱਚਾ ਤਾਂ ਬੜਾ ਇੰਟੈਲੀਜੈਂਟ ਹੈ, ਇਹ ਬੱਚਾ ਨਾਲਾਇਕ ਹੈ। ਪੀਅਰਸ 'ਚ ਵੀ ਹੁੰਦਾ ਹੈ, ਭੈਣ ਭਰਾਵਾਂ 'ਚ ਵੀ ਹੁੰਦਾ ਹੈ, ਕਈ ਬੱਚੇ ਤੇਜ਼ ਹੁੰਦੇ, ਕਈ ਨਹੀਂ ਹੁੰਦੇ ਹੈ। ਤਾਂ ਇਹੋ ਜਿਹੇ ਨੋਸ਼ਨਸ ਜਿਹੜੇ ਆ ਇਹ ਆਪਾਂ ਨੂੰ
ਐਕਸੈਪਟ ਨਹੀਂ ਕਰਨੇ ਚਾਹੀਦੇ। ਇਹਦੇ ਨਾਲ ਕਿਆ ਹੁੰਦਾ ਹੈ ਕਿ ਜਿਹੜੇ ਬੱਚਿਆਂ ਨੂੰ ਲੇਬਲਸ ਮਿਲ ਜਾਂਦੇ ਹੈ, ਜਿਹੜਾ ਬੱਚਾ ਕੁਝ ਬੱਚੇ ਬੈਕਡ ਆਊਟ ਫੀਲ ਕਰ ਸਕਦੇ ਹੈ, ਲੋ ਫੀਲ ਕਰ ਸਕਦੇ ਹੈ, ਤਾਂ ਇਹ ਜੇ ਡੈਮੇਜਿੰਗ ਨੋਸ਼ਨਸ ਕੰਪੈਰੀਜ਼ਨਸ ਵਗੈਰਾ ਆਪਾਂ ਨੂੰ ਨਹੀਂ ਕਰਨੇ ਚਾਹੀਦੇ, ਟਾਈਟਲਿੰਗ ਲੇਬਲਿੰਗ ਜਿਹੜੀ ਹੈ ਨਹੀਂ ਕਰਨੀ ਚਾਹੀਦੀ। ਠੀਕ ਹੈ ਜੀ। ਉਸ ਤੋਂ ਬਾਅਦ ਐਕਚੁਅਲ ਮੈਜਰਸ ਕਿਆ ਲੈਣੇ ਆ ਅਕੋਰਡਿੰਗ ਟੂ ਗਾਈਡਲਾਈਨਸ ਟੂ ਪ੍ਰੀਵੈਂਟ ਸੁਸਾਈਡਸ। ਐਮਪਟੀ ਰੂਮਸ ਨੂੰ ਲੌਕ ਕੀਤਾ ਜਾਵੇ ਸਕੂਲਸ ਦੇ ਵਿੱਚ, ਕਿਉਂਕਿ ਉੱਥੇ ਹੀ ਬੱਚੇ ਜਾ ਕੇ ਕੁਝ ਗਲਤ ਕੰਮ ਕਰ ਸਕਦੇ ਨੇ। ਡਾਰਕ ਕੋਰੀਡੋਰਸ ਨੂੰ ਲਾਈਟ ਅਪ ਕੀਤਾ ਜਾਵੇ ਤਾਂ ਕਿ ਕੋਈ ਦੁਰਘਟਨਾ ਨਾ ਹੋਵੇ ਉੱਥੇ। ਗਾਰਡਨਸ ਵਗੈਰਾ ਕਲੀਨ ਰੱਖੇ ਜਾਣ, ਰਾਈਟ, ਤਾਂ ਕਿ ਕੋਈ ਵੀ ਇਹੋ ਜਿਹੀ ਜਗ੍ਹਾ ਨਾ ਹੋਵੇ ਜਿੱਥੇ ਉਹ ਛੁਪ ਕੇ ਜਿਹੜਾ ਹੈ ਕੋਈ ਗਲਤ ਸਟੈਪ ਲੈ ਸਕਣ ਬੇਸਿਕਲੀ, ਰਾਈਟ। ਸੋ ਥੀਸ ਆਰ ਦ ਮੇਜਰ ਗਾਈਡਲਾਈਨਸ ਦੈਟ ਹੈਵ ਬੀਨ ਸਜੈਸਟਡ। ਸੁਸਾਈਡ ਤੇ ਕੋਈ ਕੁਐਸਚਨ ਆਵੇ, ਮੈਂਟਲ ਵੈਲਬੀਂਗ ਤੇ ਕੋਈ ਕੁਐਸਚਨ ਆਵੇ, ਯੂ ਕੈਨ ਯੂਜ਼ them। ਇਹਨਾਂ ਨੂੰ ਆਪਦੇ ਕੋਲ ਲਿਖ ਕੇ ਰੱਖੋ, ਈਜ਼ੀ ਹੈ, ਕੁਝ ਡਿਫਿਕਲਟ ਤਾਂ ਜ਼ਿਆਦਾ ਹੈ ਨਹੀਂ, ਰਾਈਟ। ਲਾਸਟ ਨਿਊਜ਼ ਆਈਟਮ, ਮੇਡ ਵਿਦ ਇੰਡੀਆਜ਼ ਹੈਲਪ ਸੈਕਿੰਡ ਮਲੇਰੀਆ ਵੈਕਸੀਨ ਗੈਟਸ WHO ਨੋਟ। ਠੀਕ ਹੈ ਜੀ। ਮਲੇਰੀਆ ਬਹੁਤ ਹੀ ਘਾਤਕ ਬਿਮਾਰੀ ਹੈ। ਮਲੇਰੀਆ ਦੇ ਬਾਰੇ ਸਾਰੀ ਇਨਫੋਰਮੇਸ਼ਨ ਤੁਸੀਂ ਲਿਖੋਗੇ, ਬੈਕਟੀਰੀਅਲ ਹੈ, ਵਾਇਰਲ ਹੈ, ਫੰਗਲ ਹੈ, ਕਿਸ ਤਰੀਕੇ ਦੀ ਇਹ ਡਿਸੀਜ਼ ਹੈ, ਯੂ ਹੈਵ ਟੂ ਸੀ ਇਟ। ਠੀਕ ਹੈ। ਇਹਦੇ ਪ੍ਰੀਵੈਂਟਿਵ ਮੈਜਰਸ ਕਿਆ ਨੇ, ਇੰਡੀਆ ਵਿੱਚ ਕਿਆ ਸਟੇਟਸ ਹੈ। ਸ਼੍ਰੀਲੰਕਾ ਦੀ ਬਹੁਤ ਹੀ ਅੱਛੀ ਕੇਸ ਸਟੱਡੀ ਹੈ, ਹਾਊ ਦੇ ਫੌਟ ਮਲੇਰੀਆ। ਇਹਨੂੰ ਤੁਸੀਂ ਅਗਰ ਪੜ੍ਹੋਗੇ ਤੁਹਾਡੇ ਕਾਫੀ ਕੰਮ ਆਏਗੀ, ਰਾਈਟ। ਨਾਓ ਨਿਊਜ਼ ਕਿਆ ਕਹਿ ਰਹੀ ਹੈ, ਅਸੀਂ R21 ਜਾਂ ਮੈਟ੍ਰਿਕਸ M ਨਾਮ ਦੀ ਸੈਕਿੰਡ ਵੈਕਸੀਨ ਰਿਲੇਟਡ ਟੂ ਮਲੇਰੀਆ ਵੀ ਹੈਵ build up and it has been approved by WHO also for use on actual population। ਠੀਕ ਹੈ ਜੀ। ਇਹਦਾ ਨਾਮ ਯਾਦ ਰੱਖਣਾ ਹੈ। ਕਿਹਨੇ ਡਿਵੈਲਪ ਕੀਤੀ ਹੈ, ਯੂਨੀਵਰਸਿਟੀ ਆਫ ਆਕਸਫੋਰਡ, ਜਿਹੜੀ ਕਿ ਰਿਸਰਚ ਵਿੰਗ ਹੋਏਗੀ ਮੋਸਟਲੀ, ਐਂਡ ਸੀਰਮ ਇੰਸਟੀਚਿਊਟ ਆਫ ਇੰਡੀਆ, ਜਿਹੜਾ ਕਿ ਪ੍ਰੋਡਕਸ਼ਨ ਹਾਊਸ ਹੋਏਗਾ ਇਸ ਵੈਕਸੀਨ ਦਾ, ਰਾਈਟ। ਸੋ ਇਹਨਾਂ ਨੇ ਮਿਲ ਕੇ R21 ਮੈਟ੍ਰਿਕਸ M ਮਲੇਰੀਆ ਵੈਕਸੀਨ ਨੂੰ ਬਣਾਇਆ ਹੈ, ਰਾਈਟ। ਇਹ ਬਹੁਤ ਵੱਡੀ ਅਚੀਵਮੈਂਟ ਹੈ। ਹੁਣ ਮਲੇਰੀਆ ਦੇਖੋ ਜੀ ਡਿਸੀਜ਼ ਜਿਹੜੀ ਹੈ ਬਹੁਤ ਬੱਚਿਆਂ ਨੂੰ ਮਾਰ ਰਹੀ ਹੈ ਇਨ ਇੰਡੀਆ, ਇਨ ਅਫਰੀਕਨ ਕੰਟਰੀ ਸਪੈਸ਼ਲੀ, ਠੀਕ ਹੈ। ਸੋ ਆਪਾਂ ਉਹ ਡੈਥਸ ਨੂੰ ਪ੍ਰੀਵੈਂਟ ਕਰ ਸਕਾਂਗੇ, ਰਾਈਟ। ਸੀਰਮ ਇੰਸਟੀਚਿਊਟ ਜਿਹੜਾ ਹੈ ਆਲਰੇਡੀ 100 ਮਿਲੀਅਨ ਡੋਸਿਸ ਪਰ ਸਾਲ ਬਣਾਉਣ ਦੀ ਇਹਦੀ ਕਪੈਸਿਟੀ ਹੈ। ਇਹ ਕਪੈਸਿਟੀ ਨੂੰ ਅਗਲੇ ਆਉਣ ਵਾਲੇ 2 ਸਾਲਾਂ ਵਿੱਚ ਡਬਲ ਕੀਤਾ ਜਾਏਗਾ, ਰਾਈਟ। ਅਗੇਨ ਬਹੁਤ ਹੀ ਵੱਡੀ ਡਿਵੈਲਪਮੈਂਟ ਹੈ, ਰਾਈਟ। ਸੋ ਆਪਾਂ ਕਹਿ ਰਹੇ ਹਾਂ ਕਿ R21 ਜਿਹੜੀ ਹੈ ਉਹ ਸੈਕਿੰਡ ਵੈਕਸੀਨ ਹੈ। ਤਾਂ ਫਰਸਟ ਵੈਕਸੀਨ ਕਿਹੜੀ ਸੀ, RTS-SAS01 was the first vaccine, ਰਾਈਟ। ਐਗਜ਼ੈਕਟਲੀ ਯਾਦ ਨਾ ਕਰੋ ਬਟ ਥੋੜਾ ਬਹੁਤ ਅੰਦਾਜ਼ਾ ਹੋਣਾ ਚਾਹੀਦਾ ਹੈ। ਇਸ ਤੇ ਵੀ ਕੁਐਸਚਨ ਆਇਆ ਸੀ ਪ੍ਰੀਲਿਮਸ ਦੇ ਵਿੱਚ, UPSC ਦੇ ਵਿੱਚ, ਉਹ ਸਿੱਧਾ ਤੁਹਾਨੂੰ ਦੇ ਸਕਦੇ ਹੈ ਇਹ ਨਾਮ, ਐਂਡ ਦੇ ਵਿਲ ਆਸਕ ਕਿ what is this, is this a virus, is this a vaccine, is this a disease name, is this a new meteor that has been detected। ਇਸ ਤਰੀਕੇ ਨਾਲ ਤੁਹਾਨੂੰ ਕੁਐਸਚਨ ਪੁੱਛ ਸਕਦੇ ਨੇ, ਠੀਕ ਹੈ। ਸੋ ਐਟਲੀਸਟ ਇਹ ਨਾਮ ਯਾਦ ਰੱਖੋ, ਬਿਕੋਜ਼ ਮਲੇਰੀਆ ਦੀ ਵੈਕਸੀਨ ਹੈ, ਬਹੁਤ ਇੰਪੋਰਟੈਂਟ ਡਿਵੈਲਪਮੈਂਟ ਹੈ, ਇਸ ਲਈ ਇੰਨਾ ਕੁ ਆਪਾਂ ਨੂੰ ਪਤਾ ਹੋਣਾ ਚਾਹੀਦਾ, ਇਹਦਾ ਨਾਮ ਐਟਲੀਸਟ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ, right। That is all for this discussion। If you have any doubt, query, anything that you want to discuss about your preparation, UPSC preparation हो चाहे PCS preparation हो चाहे ਤੁਹਾਡਾ optional ਅੜਕ ਰਿਹਾ ਹੋ, anything you can discuss with me at this number, just message us। Thank you so much for joining me।